डीडी पंजाबी देख रहे सारे ही दर्शकों का बहुत बहुत स्वागत। मैं ਹਾਂ वंदना खन्ना ਤੇ ਲੈ ਕੇ ਹਾਜ਼ਰ ਹੋ ਗਿਆ ਜੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਤੇ ਰੋਜ਼ ਦੀ ਤਰ੍ਹਾਂ ਅਖਬਾਰਾਂ ਦੀਆਂ ਖਾਸ ਸੁਰਖੀਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਜੋਗਿੰਦਰ ਸੰਧੂ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੰਧੂ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਸਵਾਗਤ। ਧੰਨਵਾਦ ਜੀ, ਧੰਨਵਾਦ ਵੰਦਨਾ ਜੀ, ਧੰਨਵਾਦ ਜੀ। ਸੋ ਹੁਣ ਸ਼ੁਰੂ ਕਰਦੇ ਹਾਂ ਖਬਰਾਂ ਦਾ ਸਿਲਸਿਲਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਰੇਲ ਆਵਾਜਾਈ ਦੀ। ਪੰਜਾਬ 'ਚ 2 ਮਹੀਨਿਆਂ ਬਾਅਦ ਰੇਲ ਆਵਾਜਾਈ ਜਿਹੜੀ ਬਹਾਲ ਹੋ ਗਈ ਹੈ। ਕੱਲ ਮਾਲ ਗੱਡੀਆਂ ਚੱਲ ਪਈਆਂ ਨੇ, ਅੱਜ ਯਾਤਰੀ ਗੱਡੀਆਂ ਜਿਹੜੀਆਂ ਨੇ ਚੱਲਣੀਆਂ ਨੇ। ਸੰਧੂ ਸਾਹਿਬ, ਇੱਕ ਕਿਸਾਨ ਜਥੇਬੰਦੀ ਹੈ ਉਹ ਇਹ ਕਹਿ ਰਹੀ ਹੈ ਕਿ ਸਾਡਾ ਅੰਦੋਲਨ ਹਲੇ ਜਾਰੀ ਹੈ, ਅਸੀਂ ਜਿਹੜੀ ਆ ਰੇਲ ਗੱਡੀਆਂ ਜਿਹੜੀ ਯਾਤਰੀ ਗੱਡੀਆਂ ਨੇ ਚੱਲਣ ਨਹੀਂ ਦੇਣੀਆਂ। ਕੀ ਮਾਮਲਾ ਹੈ ਸਾਰਾ? 2 ਮਹੀਨਿਆਂ ਤੋਂ ਕਿਸਾਨ ਪੰਜਾਬ ਦੇ ਵੀ ਤੇ ਦੇਸ਼ ਦੇ ਵੀ ਜੀ ਇਸ ਗੱਲ ਨੂੰ ਲੈ ਕੇ ਅੰਦੋਲਨ ਕਰ ਰਹੇ ਨੇ ਕਿ ਕੇਂਦਰ ਸਰਕਾਰ ਨੇ ਜਿਹੜੇ 3 ਨਵੇਂ ਖੇਤੀ ਕਾਨੂੰਨ ਲਿਆਂਦੇ ਸੀ ਉਹ ਕਿਸਾਨੀ ਦੇ ਵਿਰੁੱਧ ਨੇ, ਕਿਸਾਨਾਂ ਦੇ ਵਿਰੁੱਧ ਨੇ, ਫਸਲਾਂ ਦੇ ਵਿਰੁੱਧ ਨੇ ਔਰ ਉਹਦੇ ਖਿਲਾਫ ਉਹ ਆਪਣੀ ਆਵਾਜ਼ ਉਠਾ ਰਹੇ ਸੀ। ਜੀ ਕੇਂਦਰ ਸਰਕਾਰ ਅੱਜ ਦੀ ਘੜੀ ਤੱਕ ਵੀ ਇਹੋ ਹੀ ਕਹਿ ਰਹੀ ਹੈ ਕਿ ਇਹ ਕਾਨੂੰਨ ਜਿਹੜੇ ਨੇ ਉਹ ਕਿਸਾਨਾਂ ਦੇ ਹੱਕ 'ਚ ਨੇ ਤੇ ਕਿਸਾਨ ਕਹਿ ਰਹੇ ਨੇ ਸਾਡੇ ਹੱਕ 'ਚ ਨਹੀਂ। ਮਾਮਲਾ ਸਿਰਫ ਇੰਨਾ ਹੀ ਹੈ। ਉਸ ਮਾਮਲੇ ਨੂੰ ਲੈ ਕੇ 2 ਮਹੀਨਿਆਂ ਤੋਂ ਦੇਸ਼ ਭਰ ਵਿੱਚ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ, ਮੁਜ਼ਾਹਰੇ ਹੋ ਰਹੇ ਨੇ, ਜਿਨ੍ਹਾਂ ਦਾ ਇੱਕ ਹਿੱਸਾ ਇਹ ਵੀ ਸੀ ਕਿ ਰੇਲ ਗੱਡੀਆਂ ਦੀ ਆਵਾਜਾਈ ਜਿਹੜੀ ਹੈ, ਮਾਲ ਗੱਡੀਆਂ ਦੀ, ਰੇਲ ਗੱਡੀਆਂ ਦੀ, ਉਹ ਠੱਪ ਕਰ ਦਿੱਤੀ ਗਈ ਕਿਉਂਕਿ ਰੇਲ ਟਰੈਕ ਆ ਜਿਹੜੇ ਉਹਨਾਂ ਦੇ ਉੱਤੇ ਕਿਸਾਨ ਪੱਕੇ ਮੋਰਚੇ ਲਾ ਕੇ ਬਹਿ ਗਏ ਸੀ। ਜਿਸ ਤਰ੍ਹਾਂ ਉਹ ਸੜਕਾਂ ਦੇ ਉੱਤੇ ਬੈਠੇ ਆ, ਜਿਸ ਤਰ੍ਹਾਂ ਉਹ ਟੋਲ ਟੈਕਸ ਜਿਹੜੇ ਉਹਨਾਂ ਦੇ ਉੱਤੇ ਬੈਠੇ ਆ, ਉਸੇ ਤਰ੍ਹਾਂ ਹੀ ਉਹਨਾਂ ਨੇ ਰੇਲ ਟਰੈਕ ਜਿਹੜੇ ਸੀ ਉਹ ਵੀ ਰੋਕ ਦਿੱਤੇ ਤਾਂ ਕਿ ਰੇਲਾਂ ਦੀ ਆਵਾਜਾਈ ਬੰਦ ਹੋ ਜਾਏ। ਹੁਣ ਜਿਹੜੀ ਆਵਾਜ਼ ਕਿਸਾਨ ਉਠਾ ਰਹੇ ਨੇ ਉਹ ਸੁਣਨੀ ਹੈ ਜਾਂ ਸੂਬਾ ਸਰਕਾਰ ਨੇ ਤੇ ਜਾਂ ਕੇਂਦਰ ਸਰਕਾਰ ਨੇ। ਸੂਬਾ ਸਰਕਾਰ ਵੀ ਪੰਜਾਬ ਦੀ ਜਿਹੜੀ ਹੈ, ਬਾਕੀ ਸੂਬਿਆਂ ਦੀ ਗੱਲ ਵੱਖਰੀ ਹੈ, ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਤਾਂ ਪਹਿਲਾਂ ਹੀ ਇਸ ਗੱਲ ਦੇ ਹੱਕ ਵਿੱਚ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਜਾਇਜ਼ ਨੇ ਤੇ ਮੰਨ ਲੈਣੀਆਂ ਚਾਹੀਦੀਆਂ ਨੇ। ਕੇਂਦਰ ਸਰਕਾਰ ਵੱਲੋਂ ਉਹਨਾਂ ਨਾਲ ਧੱਕਾ ਕੀਤਾ ਗਿਆ। ਦੂਜੇ ਪਾਸੇ ਜਿਹੜੀ ਕੇਂਦਰ ਸਰਕਾਰ ਨੇ ਉਹਨਾਂ ਦੀ ਆਵਾਜ਼ ਸੁਣਨੀ ਹੈ, ਭਾਵੇਂ ਉਹਨਾਂ ਨੇ ਸੜਕਾਂ ਰੋਕੀਆਂ, ਭਾਵੇਂ ਰੇਲਾਂ ਰੋਕੀਆਂ, ਭਾਵੇਂ ਟੋਲ ਟੈਕਸ ਰੋਕੇ, ਭਾਵੇਂ ਉਹਨਾਂ ਨੇ ਹੋਰ ਮੁਜ਼ਾਹਰੇ ਕੀਤੇ, ਧਰਨੇ ਦਿੱਤੇ, ਜੋ ਵੀ ਕੁਛ ਕੀਤਾ, ਉਹ ਆਵਾਜ਼ ਅਜੇ ਤੱਕ ਦਿੱਲੀ ਸਰਕਾਰ ਤੱਕ ਪਹੁੰਚੀ ਨਹੀਂ। ਨਾ ਦਿੱਲੀ ਸਰਕਾਰ ਨੇ ਉਹਦੇ ਪ੍ਰਤੀ ਕੋਈ ਚੰਗਾ ਹੁੰਗਾਰਾ ਭਰਿਆ। ਇਸ ਦੌਰਾਨ ਹਾਲਾਂਕਿ 2 ਵਾਰ ਗੱਲਬਾਤ ਹੋਈ। ਇੱਕ ਵਾਰ ਵਾਲੀ ਪਹਿਲੀ ਜਿਹੜੀ ਗੱਲਬਾਤ ਸੀ ਉਹ ਉਹਨੂੰ ਕਿਸੇ ਤਰ੍ਹਾਂ ਗੱਲਬਾਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹਦੇ ਵਿੱਚ ਜਿਹੜੇ ਕੇਂਦਰੀ ਮੰਤਰੀ ਉਹ ਸ਼ਾਮਲ ਨਹੀਂ ਹੋਏ, ਔਰ ਦੂਜੀ ਵਾਰ ਕੇਂਦਰੀ ਮੰਤਰੀ ਸ਼ਾਮਲ ਹੋਏ ਪਰ ਉਦੋਂ ਵੀ ਕਿਸਾਨਾਂ ਨੂੰ ਕੋਈ ਇਸ ਤਰ੍ਹਾਂ ਦਾ ਭਰੋਸਾ ਨਹੀਂ ਦਿੱਤਾ ਗਿਆ ਕਿ ਇਹਨਾਂ ਕਾਨੂੰਨਾਂ ਵਿੱਚ ਸੋਧ ਕੀਤੀ ਜਾਵੇਗੀ ਜਾਂ ਇਹ ਕਾਨੂੰਨ ਵਾਪਸ ਲਏ ਜਾਣਗੇ। ਔਰ ਉਸ ਤੋਂ ਬਾਅਦ ਜਿਹੜਾ ਇਹ ਅੰਦੋਲਨ ਆ ਲਗਾਤਾਰ ਜਾਰੀ ਹੈ। ਹੁਣ ਜਦੋਂ ਰੇਲ ਗੱਡੀਆਂ ਅਤੇ ਮਾਲ ਗੱਡੀਆਂ ਜਿਹੜੀਆਂ ਉਹ ਬੰਦ ਹੋ ਜਾਂਦੀਆਂ ਨੇ ਸੂਬੇ ਵਿੱਚ, ਜਿੱਥੇ ਢੋਆ ਢੁਆਈ ਦਾ ਮਸਲਾ ਖੜਾ ਹੋ ਜਾਂਦਾ ਹੈ, ਜੀ ਬਾਹਰੋਂ ਖਾਦਾਂ ਆਉਣੀਆਂ, ਕੋਇਲਾ ਆਉਣਾ ਹੈ, ਜਿਹੜਾ ਸੂਬੇ ਦਾ ਵੱਖ-ਵੱਖ ਸੂਬਿਆਂ ਦਾ ਅਨਾਜ ਹੈ ਜਿਹੜਾ ਉਹ ਇੱਕ ਤੋਂ ਦੂਜੀ ਜਗ੍ਹਾ ਜਾਣਾ ਹੈ, ਕੇਂਦਰੀ ਭੰਡਾਰ ਵਿੱਚ ਵੀ ਜਾਣਾ ਹੁੰਦਾ ਹੈ, ਉਹਦੇ ਨਾ ਜਾਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਪੈਦਾ ਹੋ ਗਈਆਂ। ਦੂਜੇ ਸਥਾਨ ਦੇ ਉੱਤੇ ਜਦੋਂ ਮੁਸਾਫਰ ਗੱਡੀਆਂ ਜਿਹੜੀਆਂ ਬੰਦ ਹੋ ਗਈਆਂ ਅਤੇ ਯਾਤਰੂਆਂ ਨੂੰ ਬਹੁਤ ਜ਼ਿਆਦੀਆਂ ਪਰੇਸ਼ਾਨੀਆਂ ਆਈਆਂ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿੱਚ ਲਿਆ, ਉਹਨਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਜਿਹੜੀਆਂ ਰੇਲ ਗੱਡੀਆਂ ਇਹਨਾਂ ਦੀ ਆਵਾਜਾਈ ਜਿਹੜੀ ਉਹ ਚੱਲਣ ਦਿਓ ਤਾਂ ਕਿ ਸੂਬੇ ਦੇ ਵਿੱਚ ਜਿਹੜਾ ਜਨਜੀਵਨ ਆ ਉਹ ਠੱਪ ਨਾ ਹੋ ਜਾਵੇ। ਇਹ ਇੱਕ ਤਰ੍ਹਾਂ ਦਾ ਉਹਨਾਂ ਦਾ ਆਪਸ ਵਿੱਚ ਸਮਝੌਤਾ ਹੋਇਆ ਸੀ ਅਤੇ ਇਹ ਵੰਦਨਾ ਜੀ ਸਿਰਫ 15 ਦਿਨ ਲਈ ਹੋਇਆ ਜੀ। ਕੱਲ੍ਹ ਤੋਂ ਆਪਾਂ ਇਹਨੂੰ ਗਿਣ ਲਈਏ, ਅੱਜ ਤੋਂ ਗਿਣ ਲਈਏ, 15 ਦਿਨ ਤੱਕ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਰੇਲਾਂ ਚੱਲਣ ਦੇਵਾਂਗੇ। ਜੇ ਉਦੋਂ ਤੱਕ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਅਸੀਂ ਫਿਰ ਪੱਕੇ ਤੌਰ 'ਤੇ ਤੰਬੂ ਗੱਡ ਦਿਆਂਗੇ ਜਿਹੜੇ ਰੇਲ ਟਰੈਕ ਆ ਉਹਨਾਂ ਦੇ ਉੱਤੇ, ਅਤੇ ਇਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਆਂਗੇ। ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਜਾਂ ਇਹ ਜਿਹੜਾ ਮੁੱਖ ਮੰਤਰੀ ਵੱਲੋਂ ਜਿਹੜੀ ਪਹਿਲ ਕਦਮੀ ਕੀਤੀ ਗਈ ਅਤੇ ਕਿਸਾਨ ਜਥੇਬੰਦੀਆਂ ਨੇ ਉਹਦੇ ਪ੍ਰਤੀ ਹੁੰਗਾਰਾ ਭਰਿਆ, ਉਹਦੇ ਨਤੀਜੇ ਵਜੋਂ ਕੱਲ੍ਹ ਮਾਲ ਗੱਡੀਆਂ ਚੱਲੀਆਂ ਅਤੇ ਮਾਲ ਗੱਡੀਆਂ ਜਿਹੜੀਆਂ ਸੀ ਉਹ ਜਿਹੜੇ ਥਰਮਲ ਪਲਾਂਟ ਆ ਇੱਥੇ ਦੇ ਪੰਜਾਬ ਦੇ ਬਣਾਵਾਲਾ ਦਾ, ਰਾਜਪੁਰੇ ਦਾ, ਉਹਨਾਂ ਤੱਕ ਉਹ ਕੋਇਲਾ ਲੈ ਕੇ ਪਹੁੰਚੀਆਂ ਤਾਂ ਕਿ ਕੋਇਲਾ ਉਹਨਾਂ ਨੂੰ ਮਿਲੇ ਅਤੇ ਬਿਜਲੀ ਦਾ ਸੰਕਟ ਪੈਦਾ ਨਾ ਹੋਵੇ। ਹੁਣ ਉਹ ਵਾਪਸੀ 'ਤੇ ਇੱਥੋਂ ਜਿਹੜਾ ਹੋਰ ਸਮਾਨ ਹੈ, ਅਨਾਜ ਹੈ, ਉਹ ਲੈ ਕੇ ਜਾਣਗੀਆਂ। ਯੂਰੀਆ ਵੀ ਕਿਸਾਨਾਂ ਨੂੰ ਮਿਲ ਜਾਏਗੀ ਕਿਉਂਕਿ ਬਿਜਾਈ ਦੇ ਦਿਨ ਚੱਲ ਰਹੇ ਆ, ਉਹਨਾਂ ਨੇ ਫਸਲਾਂ ਬੀਜਣੀਆਂ। ਜੇ ਯੂਰੀਆ ਮਿਲਦੀ ਹੈ ਤਾਂ ਬਿਜਾਈ ਲੇਟ ਹੋਏਗੀ, ਬਿਜਾਈ ਲੇਟ ਹੋਏਗੀ ਤਾਂ ਝਾੜ 'ਤੇ ਅਸਰ ਪਏਗਾ ਔਰ ਉਹਦਾ ਫਿਰ ਅੱਗੇ ਜਾ ਕੇ ਸਾਰੇ ਦੇਸ਼ ਦੇ ਉੱਤੇ ਕਿਤੇ ਨਾ ਕਿਤੇ ਅਸਰ ਪੈਂਦਾ ਹੈ। ਪਰ ਜਿਹੜੀਆਂ ਯਾਤਰੀ ਗੱਡੀਆਂ ਉਹ ਅੱਜ ਤੋਂ ਚੱਲਣੀਆਂ, ਇੱਕ ਜਥੇਬੰਦੀ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਵਜੇਦਾ ਹੈ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਧਰਨਾ ਦਿੱਤਾ ਹੋਇਆ ਰੇਲ ਟਰੈਕ ਦੇ ਉੱਤੇ ਕਿ ਅਸੀਂ ਯਾਤਰੀ ਗੱਡੀਆਂ ਨਹੀਂ ਚੱਲਣ ਦੇਵਾਂਗੇ।
ਹਾਲਾਂਕਿ ਚਾਹੀਦਾ ਇਹ ਇਸ ਤਰ੍ਹਾਂ ਨਹੀਂ ਚਾਹੀਦਾ, ਕਿਉਂਕਿ ਜਿਹੜੀਆਂ ਜਥੇਬੰਦੀਆਂ ਉਹ ਆਪਸ ਵਿੱਚ ਇਕਜੁੱਟ ਰਹਿ ਕੇ ਹੀ ਗੱਲ ਕਰਨ ਤੇ ਉਹਨਾਂ ਦਾ ਪ੍ਰਭਾਵ ਜ਼ਿਆਦਾ ਬਣੇਗਾ। ਜੇ ਸਾਰੀਆਂ ਗੱਡੀਆਂ ਮੰਨ ਲਓ ਸਾਰੇ ਪੰਜਾਬ ਵਿੱਚ ਜਿਹੜੀਆਂ ਯਾਤਰੀ ਗੱਡੀਆਂ ਚੱਲ ਰਹੀਆਂ ਉਹ ਸਿਰਫ ਅੰਮ੍ਰਿਤਸਰ ਦੇ ਵਿੱਚ ਦਾਖਲ ਨਹੀਂ ਹੋਣਗੀਆਂ, ਉਹ ਜਿਹਾ ਕਿ ਸਕੀਮ ਬਣਾਈ ਗਈ ਹੈ ਕਿ ਉਹਨਾਂ ਨੂੰ ਨੇੜਲੇ ਸਟੇਸ਼ਨਾਂ ਤੋਂ ਅੱਗੇ ਬੱਸਾਂ ਰਾਹੀਂ ਮੁਸਾਫਰਾਂ ਨੂੰ ਪਹੁੰਚਾਇਆ ਜਾਏਗਾ, ਪਰ ਰੇਲ ਗੱਡੀਆਂ ਜਿਹੜੀਆਂ ਉਹ ਚੱਲਣਗੀਆਂ ਜ਼ਰੂਰ। ਜੀ, ਇਹਦੇ ਨਾਲ ਵੀ ਕੋਈ ਚੰਗਾ ਪ੍ਰਭਾਵ ਨਹੀਂ ਪੈਂਦਾ। ਜਥੇਬੰਦੀਆਂ ਨੂੰ ਆਪਸ ਵਿੱਚ ਜਿਹੜਾ ਉਹ ਏਕਾ ਰੱਖਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਗੱਲ ਜਿਹੜੀ ਆ ਉਹ ਕੇਂਦਰ ਸਰਕਾਰ ਤੱਕ ਪਹੁੰਚੇ ਔਰ ਉਹਨਾਂ ਦਾ ਅੰਦੋਲਨ ਜਿਹੜਾ ਉਹ ਕਿਸੇ ਸਫਲਤਾ ਦੇ ਨਤੀਜੇ ਤੱਕ ਪਹੁੰਚ ਸਕੇ। ਜੀ ਬਿਲਕੁਲ, ਇਸ ਦੇ ਨਾਲ ਹੀ ਜੁੜਦੀ ਖਬਰ ਹੈ 26 ਨਵੰਬਰ ਨੂੰ ਭਾਰਤ ਭਰ ਦੀਆਂ ਜ਼ਿਆਦਾਤਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨਗੀਆਂ। ਕਿਵੇਂ ਵੇਖਦੇ ਹੋ ਇਸ ਕਦਮ ਨੂੰ? ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਆਵਾਜ਼ ਕੇਂਦਰ ਤੱਕ ਪਹੁੰਚਾਉਣੀ ਜੀ। ਹੈ। ਹੁਣ ਵੱਖ-ਵੱਖ ਸੂਬਿਆਂ ਦੇ ਵਿੱਚ ਜਦੋਂ ਧਰਨੇ ਪ੍ਰਦਰਸ਼ਨ ਹੋਏ ਆ, ਜਦੋਂ ਰੇਲ ਟਰੈਕ ਰੋਕੇ ਗਏ ਆ, ਤੇ ਉਹ ਆਵਾਜ਼ ਸ਼ਾਇਦ ਕੇਂਦਰ ਤੱਕ ਨਹੀਂ ਪਹੁੰਚੀ। ਗੱਲ ਉਹੀ ਹੈ ਕਿ ਜਿਹੜੇ ਖੇਤੀ ਕਾਨੂੰਨ ਪਾਸ ਕੀਤੇ ਗਏ ਉਹ ਵਾਪਸ ਲੈ ਜਾਣ ਜਾਂ ਉਹਨਾਂ ਦੇ ਵਿੱਚ ਸੋਧ ਕੀਤੀ ਜਾਵੇ। ਉਹਦੇ ਬਾਰੇ ਬਹੁਤ ਸਾਰਾ ਕੁਝ ਪਹਿਲਾਂ ਵਿਸਥਾਰ ਨਾਲ ਚਰਚਾ ਹੋ ਚੁੱਕਾ ਹੈ ਕਿ ਉਹ ਕਿਸਾਨਾਂ ਦੇ ਖਿਲਾਫ ਕਿਸ ਤਰ੍ਹਾਂ ਨੇ ਤੇ ਸਰਕਾਰ ਕਿਸ ਤਰ੍ਹਾਂ ਕਹਿ ਰਹੀ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਕਿਸ ਤਰ੍ਹਾਂ ਨੇ। ਕਿਸਾਨ ਜਥੇਬੰਦੀਆਂ ਤੇ ਕਿਸਾਨ ਜਿਹੜੇ ਨੇ ਦੇਸ਼ ਭਰ ਦੇ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ। ਉਹਨਾਂ ਨੂੰ ਇਹ ਕਾਨੂੰਨ ਜਿਹੜੇ ਨੇ ਉਹ ਆਪਣੇ ਤੇ ਆਪਣੀਆਂ ਫਸਲਾਂ ਦੇ ਖਿਲਾਫ ਜਾਪਦੇ ਨੇ, ਆਪਣੀਆਂ ਜ਼ਮੀਨਾਂ ਦੇ ਖਿਲਾਫ ਜਾਪਦੇ ਨੇ, ਆਪਣੇ ਭਵਿੱਖ ਦੇ ਵੀ ਖਿਲਾਫ ਜਾਪਦੇ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਜਿਹੜੀ ਖੇਤੀ ਹੈ ਉਹ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਜਾਏਗੀ। ਇਸ ਕਰਕੇ ਜੇ ਸੂਬਿਆਂ ਦੇ ਵਿੱਚ ਜਿਹੜੇ ਉਹਨਾਂ ਨੇ ਪ੍ਰਦਰਸ਼ਨ ਕੀਤੇ, ਆਵਾਜ਼ ਉਠਾਈ, ਉਹ ਆਵਾਜ਼ ਦਿੱਲੀ ਸਰਕਾਰ ਤੱਕ ਨਹੀਂ ਪਹੁੰਚੀ, ਤਾਂ ਉਹਨਾਂ ਨੇ ਹੁਣ ਅਗਲੇ ਕਦਮ ਵਜੋਂ ਇਹ ਆਪਣਾ ਫੈਸਲਾ ਕੀਤਾ ਹੈ ਕਿ 25 ਤੇ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇ। ਸਾਰੇ ਦੇਸ਼ ਦੇ ਵਿੱਚੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਲੱਖਾਂ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਨੂੰ ਮਾਰਚ ਕਰਨਗੀਆਂ, ਦਿੱਲੀ ਵੱਲ ਨੂੰ ਜਾਣਗੀਆਂ ਤਾਂ ਕਿ ਉੱਥੇ ਜਾ ਕੇ ਉਹ ਆਪਣੀ ਆਵਾਜ਼ ਉਠਾ ਸਕਣ। ਹੁਣ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਇਹਨਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਪਹੁੰਚਣ ਦਿੱਤਾ ਜਾਂਦਾ ਹੈ ਕਿ ਨਹੀਂ, ਇਹ ਬਾਅਦ ਦੀ ਗੱਲ ਹੈ, ਕਿਉਂਕਿ ਰਸਤੇ ਵਿੱਚ ਉਹਨਾਂ ਦੇ ਵੱਖ-ਵੱਖ ਸੂਬੇ ਤੇ ਵੱਖ-ਵੱਖ ਸਰਕਾਰਾਂ ਜਿਹੜੀਆਂ ਉਹ ਬੈਠੀਆਂ, ਉਹ ਸਰਕਾਰਾਂ ਉਹਨਾਂ ਨੂੰ ਉੱਥੋਂ ਲੰਘਣ ਦੀ ਇਜਾਜ਼ਤ ਦਿੰਦੀਆਂ ਕਿ ਨਹੀਂ ਇਜਾਜ਼ਤ ਦਿੰਦੀਆਂ, ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ। ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਆਪਣੀ ਇਸ ਗੱਲ ਦੇ ਉੱਤੇ ਦ੍ਰਿੜ ਨੇ ਔਰ ਉਹ ਇਸ ਗੱਲ ਦਾ ਪ੍ਰਦਰਸ਼ਨ ਜ਼ਰੂਰ ਕਰਨਗੇ ਕਿ ਅਸੀਂ ਆਪਣੀਆਂ ਇਹ ਮੰਗਾਂ ਮਨਵਾਉਣ ਲਈ ਦਿੱਲੀ ਵੱਲ ਨੂੰ ਕੂਚ ਜਿਹੜਾ ਕਰਨ ਦਾ ਫੈਸਲਾ ਕੀਤਾ ਹੈ। ਸਾਡੀਆਂ ਇਹ ਮੰਗਾਂ ਜਾਇਜ਼ ਨੇ, ਸਾਡੀਆਂ ਇਹ ਮੰਗਾਂ ਮੰਨੀਆਂ ਜਾਣ। ਉਹਨਾਂ ਨੂੰ ਰਸਤੇ 'ਚ ਰੋਕਿਆ ਜਾਂਦਾ ਹੈ ਤਾਂ ਵੀ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਉੱਠੇਗੀ ਔਰ ਵੱਖ-ਵੱਖ ਜਿਹੜੇ ਮੀਡੀਆ ਉਹਨਾਂ ਦੇ ਰਾਹੀਂ ਫੇਰ ਸਰਕਾਰ ਤੱਕ ਪਹੁੰਚ ਜਾਏਗੀ। ਜੇ ਉਹ ਦਿੱਲੀ ਪਹੁੰਚ ਜਾਂਦੇ ਨੇ ਤਾਂ ਉਹਦਾ ਅਸਰ ਜਿਹੜਾ ਉਹ ਹੋਰ ਵੀ ਪੈ ਸਕਦਾ ਹੈ। ਦਿੱਲੀ ਦਾ ਜਨਜੀਵਨ ਜਿਹੜਾ ਉਹਦੇ ਉੱਤੇ ਅਸਰ ਪਵੇਗਾ। ਫਿਰ ਵੀ ਸਰਕਾਰ ਨੂੰ ਉਸ ਪਾਸੇ ਕਿਤੇ ਨਾ ਕਿਤੇ ਗੌਰ ਕਰਨੀ ਪਵੇਗੀ। ਚਾਹੀਦਾ ਇਹ ਹੈ ਕਿ ਸਮਾਂ ਰਹਿੰਦਿਆਂ ਹਾਲਾਤ ਇੱਥੋਂ ਤੱਕ ਵਿਗੜ ਜਾਣ ਕਿ ਲੋਕਾਂ ਦਾ ਜਿਹੜਾ ਆਵਾਜਾਈ ਉਹ ਠੱਪ ਹੋਵੇ, ਲੋਕਾਂ ਦੇ ਕਾਰੋਬਾਰ ਠੱਪ ਹੋਣ, ਉਹਦਾ ਹੋਰ ਜ਼ਿਆਦਾ ਨੁਕਸਾਨ ਹੋਵੇ, ਦੇਸ਼ ਦਾ ਨੁਕਸਾਨ ਹੋਵੇ। ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਕੋਈ ਸੁਹਿਰਦ ਪਹੁੰਚ ਅਪਣਾ ਕੇ ਕਿਸਾਨਾਂ ਦੀ ਗੱਲ ਵੱਲ ਕੰਨ ਕਰਨਾ ਚਾਹੀਦਾ ਹੈ। ਜੀ ਬਿਲਕੁਲ, ਅਗਲੀ ਖਬਰ ਜਿਹੜੀ ਹੈ ਉਹ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦਾ ਜਿਹੜਾ 250 ਕਰੋੜ ਰੁਪਇਆ ਉਹ ਖੰਡ ਮਿੱਲਾਂ ਦੇ ਕੋਲ ਫਸਿਆ ਹੋਇਆ ਹੈ। ਇਸ ਸਮੇਂ ਬਹੁਤ ਸਾਰੀਆਂ ਕਿਸਾਨ ਜਿਹੜੇ ਨੇ ਉਹ ਇਹਨਾਂ ਮਿੱਲਾਂ ਦੇ ਅੱਗੇ ਧਰਨੇ ਦੇ ਰਹੇ ਨੇ। ਕਦ ਤੱਕ ਕਿਸਾਨਾਂ ਨੂੰ ਆਪਣੀ ਮੰਗਾਂ ਮਨਵਾਉਣ ਦੇ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ? ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦਾ ਮੈਂ ਸਮਝਦਾ ਕਿ ਕੋਈ ਨਿਯਮ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਦੇਸ਼ ਵਿੱਚ ਖੇਤੀਬਾੜੀ ਬਾਰੇ ਕੋਈ ਪੱਕੀ ਨੀਤੀ ਹੀ ਨਹੀਂ ਹੈ। ਜੇ ਕੋਈ ਪੱਕੀ ਨੀਤੀ ਹੋਵੇ ਤਾਂ ਉਹ ਸਾਰਿਆਂ ਦੇ ਉੱਤੇ ਲਾਗੂ ਹੋਵੇ, ਚਾਹੇ ਉਹ ਖੰਡ ਮਿੱਲਾਂ ਪ੍ਰਾਈਵੇਟ ਨੇ ਜਾਂ ਉਹ ਪਬਲਿਕ ਸੈਕਟਰ ਦੀਆਂ ਖੰਡ ਮਿੱਲਾਂ ਨੇ। ਜੇ ਉਹ ਕਿਸਾਨਾਂ ਕੋਲੋਂ ਗੰਨਾ ਖਰੀਦਦੇ ਨੇ ਤੇ ਉਹਨਾਂ ਦਾ ਭੁਗਤਾਨ ਸਮੇਂ ਸਿਰ ਕਿਉਂ ਨਹੀਂ ਕੀਤਾ ਜਾਂਦਾ? ਹੁਣ ਇਹ ਜਿਹੜਾ 250 ਕਰੋੜ ਰੁਪਏ ਦੀ ਜਿਹੜੀ ਆਵਾਜ਼ ਮੀਡੀਆ ਦੇ ਵਿੱਚ ਉਠਾਈ ਗਈ ਹੈ ਜਾਂ ਗੱਲ ਚੱਲ ਰਹੀ ਹੈ, ਇਹ ਕੋਈ ਅੱਜ ਦੀ ਗੱਲ ਨਹੀਂ, ਇਹ ਪਿਛਲੇ ਸਾਲ ਦੀ ਗੱਲ ਹੈ। ਇਹਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਉਹ ਪਿਛਲੇ ਸਾਲ ਦਾ ਹੈ ਤੇ ਕੁਝ ਇਸ ਸਾਲ ਦਾ ਵੀ ਉਹਦੇ ਵਿੱਚ ਜੁੜ ਗਿਆ ਹੈ, ਜਦੋਂ ਕਿ ਅੱਗੋਂ ਅਗਲਾ ਸੀਜ਼ਨ ਜਿਹੜਾ ਉਹ ਫੇਰ ਆਉਣ ਲਈ ਤਿਆਰ ਹੈ, ਤੀਜਾ ਸੀਜ਼ਨ। ਇਹ ਦੋ ਸੀਜ਼ਨਾਂ ਦਾ ਜਿਹੜਾ ਪੈਸਾ ਕਿਸਾਨਾਂ ਦਾ 250 ਕਰੋੜ ਰੁਪਇਆ ਉਹ ਵੱਖ-ਵੱਖ ਜਿਹੜੀਆਂ ਖੰਡ ਮਿੱਲਾਂ ਬਹੁਤੀਆਂ ਜਿਹੜੀਆਂ ਪੰਜਾਬ ਦੇ ਵਿੱਚ ਪ੍ਰਾਈਵੇਟ ਸੈਕਟਰ ਦੀਆਂ ਮਿੱਲਾਂ ਨੇ ਉਹਨਾਂ ਵੱਲ ਜਿਹੜਾ ਉਹਨਾਂ ਦਾ ਬਕਾਇਆ ਖੜਾ ਹੈ। ਹੁਣ ਜੇ 250 ਕਰੋੜ ਰੁਪਇਆ ਉਹਨਾਂ ਨੂੰ ਸਮੇਂ ਸਿਰ ਨਹੀਂ ਮਿਲਿਆ ਤਾਂ ਉਹਦੇ ਉੱਤੇ ਉਹਦਾ ਕਿੰਨਾ ਵਿਆਜ ਬਣਦਾ ਹੈ, ਜਾਂ ਜੇ ਉਹਨਾਂ ਦੀਆਂ ਆਪਣੀਆਂ ਕੁਝ ਦੇਣਦਾਰੀਆਂ ਜਾਂ ਉਹਨਾਂ ਦਾ ਭੁਗਤਾਨ ਨਿਪਟਾਰਾ ਕਿਸਾਨ ਨਹੀਂ ਕਰ ਸਕੇ, ਜਿੱਥੋਂ ਉਹਨਾਂ ਨੇ ਕਰਜ਼ੇ ਲਏ ਨੇ ਬੈਂਕਾਂ ਤੋਂ ਜਾਂ ਪ੍ਰਾਈਵੇਟ ਲੋਕਾਂ ਤੋਂ ਉਹ ਨਹੀਂ ਮੋੜ ਸਕੇ, ਉਹਨਾਂ ਨੂੰ ਉੱਧਰ ਜਿਹੜਾ ਉਹਦਾ ਵਿਆਜ ਉਹ ਭਰਨਾ ਪਏਗਾ।
ਉਹਦੇ ਨਾਲ ਵੀ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਦੀ ਕੋਈ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਕਿ ਜਦੋਂ ਕਿਸਾਨ ਆਪਣੀ ਜਿਣਸ ਲੈ ਕੇ ਆਉਂਦਾ ਹੈ, ਕਿਸੇ ਵੀ ਤਰ੍ਹਾਂ ਦੀ ਜਿਣਸ ਹੈ ਉਹ ਵੇਚੀ ਜਾਂਦੀ ਹੈ ਪ੍ਰਾਈਵੇਟ ਹੱਥਾਂ 'ਚ ਜਾਂ ਸਰਕਾਰੀ ਹੱਥਾਂ ਵਿੱਚ, ਉਹਦਾ ਭੁਗਤਾਨ ਉਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ। ਹਫ਼ਤਾ 10 ਦਿਨ 20 ਦਿਨ ਮਹੀਨਾ ਉਹਦੇ ਵਿੱਚ ਲੱਗ ਸਕਦਾ ਹੈ, ਪਰ ਇਸ ਤੋਂ ਜ਼ਿਆਦਾ ਲੱਗਣ ਨਾਲ ਉਹਨਾਂ ਦਾ ਹੋਰ ਨੁਕਸਾਨ ਹੁੰਦਾ ਹੈ। ਇਸ ਮਾਮਲੇ ਬਾਰੇ ਜਿਹੜੀ ਸੂਬੇ ਦੀ ਸਰਕਾਰ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੂੰ ਦਖਲ ਦੇਣਾ ਚਾਹੀਦਾ ਹੈ ਕਿ ਕਿਸਾਨਾਂ ਦਾ ਜਿਹੜਾ ਗੰਨੇ ਦਾ ਪੈਸਾ ਉਹ ਖੰਡ ਮਿੱਲਾਂ ਉਹਨਾਂ ਨੂੰ ਅਦਾ ਕਰਨ। ਜੀ ਬਿਲਕੁਲ। ਹੁਣ ਗੱਲ ਕਰਾਂਗੇ ਕਰੋਨਾ ਮਹਾਮਾਰੀ ਦੀ। ਭਾਰਤ ਦੇ ਵਿੱਚ ਲਗਾਤਾਰ ਕੇਸ ਵੱਧ ਰਹੇ ਨੇ, ਐਕਟਿਵ ਮਾਮਲਿਆਂ ਦੇ ਵਿੱਚ ਜਿੱਥੇ ਵਾਧਾ ਹੋ ਰਿਹਾ, ਮੌਤਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਰਿਹਾ। ਗੱਲ ਕਰੀਏ ਸੁਪਰੀਮ ਕੋਰਟ ਦੀ, ਤਾਂ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਦਖਲ ਦਿੰਦੇ ਹੋਏ ਕਿਹਾ ਹੈ ਕਿ ਦਿੱਲੀ, ਮਹਾਰਾਸ਼ਟਰ ਤੇ ਗੁਜਰਾਤ ਅਜਿਹੇ ਸੂਬੇ ਨੇ ਜਿਹਦੇ ਵਿੱਚ ਸਥਿਤੀ ਬਹੁਤ ਜ਼ਿਆਦਾ ਖਰਾਬ ਹੈ। ਸੂਬਾ ਸਰਕਾਰਾਂ ਨੂੰ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ 'ਚ ਦਖਲ ਦੇਣ, ਜਵਾਬ ਦੇਣ ਕਿ ਆਖਰ ਸਥਿਤੀ ਕਿਉਂ ਇੰਨੀ ਬਦ ਤੋਂ ਬੱਤਰ ਹੋ ਰਹੀ ਹੈ। ਤੁਸੀਂ ਕੀ ਸੋਚਦੇ ਹੋ ਇਸ ਪੂਰੇ ਮਾਮਲੇ ਤੇ? ਸੁਪਰੀਮ ਕੋਰਟ ਨੇ ਵੱਖ-ਵੱਖ ਸੂਬਾ ਸਰਕਾਰਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਉਹਨਾਂ ਦੇ ਧਰਤੀ ਤੇ ਉਹਨਾਂ ਦੇ ਦੇਸ਼ ਸੂਬੇ ਵਿੱਚ, ਰਾਜਾਂ ਵਿੱਚ ਕੀ ਸਥਿਤੀ ਹੈ ਇਸ ਵੇਲੇ ਕਰੋਨਾ ਦੀ, ਇਸ ਰਿਪੋਰਟ ਤੋਂ ਅਦਾਲਤ ਨੂੰ ਜਾਣੂ ਕਰਵਾਇਆ ਜਾਵੇ। ਜੀ ਹੁਣ ਰਿਪੋਰਟ ਜਿਹੜੀ ਮੀਡੀਆ ਦੇ ਵਿੱਚ ਜਿਹੜੀ ਆ ਰਹੀ ਹੈ, ਕਾਫੀ ਕੁਛ ਤਾਂ ਉਹਦੇ ਤੋਂ ਸਪਸ਼ਟ ਹੈ। ਬਾਕੀ ਜੇ ਕੋਈ ਸਰਕਾਰ ਨੇ ਉਹਦੇ ਵਿੱਚ ਰਿਪੋਰਟ ਕੀ ਦੇਣੀ ਹੈ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ, ਕੀ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਹੜੇ ਉਹਨਾਂ ਦੇ ਕੋਲ ਕਰੋਨਾ ਤੋਂ ਪੀੜਤ ਲੋਕ ਆਉਂਦੇ ਨੇ ਉਹਨਾਂ ਦੇ ਇਲਾਜ ਦੀ ਵਿਵਸਥਾ ਕਿੱਥੇ ਹੈ, ਸਰਕਾਰੀ ਹਸਪਤਾਲਾਂ 'ਚ ਕਿਸ ਤਰ੍ਹਾਂ ਹੈ, ਪ੍ਰਾਈਵੇਟ ਹਸਪਤਾਲਾਂ ਵਿੱਚ ਕਿਸ ਤਰ੍ਹਾਂ ਹੈ। ਜੇ ਆਪਾਂ ਦੇਖੀਏ ਤਾਂ ਬਹੁਤੇ ਹਸਪਤਾਲਾਂ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਤਸੱਲੀ ਬਖਸ਼ ਨਹੀਂ, ਸੰਤੋਸ਼ਜਨਕ ਨਹੀਂ। ਪਹਿਲਾਂ ਆਪਾਂ ਜੇ ਕਰੋਨਾ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਮਹਾਰਾਸ਼ਟਰ ਵਿੱਚ, ਗੁਜਰਾਤ ਵਿੱਚ, ਖਾਸ ਕਰਕੇ ਦਿੱਲੀ ਵਿੱਚ ਤੇ ਪੰਜਾਬ ਵਿੱਚ ਵੀ ਜਾਂ ਹੋਰ ਰਾਜਾਂ ਦੇ ਵਿੱਚ ਵੀ ਥੋੜ੍ਹਾ ਅੰਕੜਾ ਜਿਹੜਾ ਗ੍ਰਾਫ ਉਹਦਾ ਕਿਤੇ ਬਹੁਤ ਜ਼ਿਆਦਾ ਉੱਚਾ ਹੋਇਆ, ਕਿਤੇ ਥੋੜ੍ਹਾ ਘੱਟ ਉੱਚਾ ਹੋਇਆ। ਔਰ ਦਸੰਬਰ ਦੇ ਵਿੱਚ ਇਹ ਅਲਰਟ ਕੀਤਾ ਜਾ ਰਿਹਾ, ਚੌਕਸ ਕੀਤਾ ਜਾ ਰਿਹਾ ਕਿ ਇਹਦੇ ਮਾਮਲੇ ਜਿਹੜੇ ਆ ਬਹੁਤ ਤੇਜ਼ੀ ਦੇ ਨਾਲ ਵੱਧ ਸਕਦੇ ਆ। ਇਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਮਹਾਰਾਸ਼ਟਰ ਦੀ ਸਰਕਾਰ ਨੇ ਬਾਹਰੋਂ ਆਉਣ ਵਾਲੇ ਮੁਸਾਫਰਾਂ 'ਤੇ, ਚਾਹੇ ਉਹ ਕਿਸੇ ਵੀ ਰਸਤੇ 'ਤੇ ਆਉਂਦੇ ਨੇ, ਉਹਨਾਂ ਦੇ ਉੱਤੇ ਇਹ ਪਾਬੰਦੀ ਲਾਤੀ ਹੈ ਕਿ ਉਹਨਾਂ ਦੇ ਕੋਲ ਜਿਹੜਾ ਉਹਦਾ ਨੈਗੇਟਿਵ ਸਰਟੀਫਿਕੇਟ ਹੋਣਾ ਚਾਹੀਦਾ ਹੈ, ਤਾਂ ਦੀ ਉਹਨਾਂ ਨੂੰ ਉੱਥੇ ਦਾਖਲ ਹੋਣ ਦਿੱਤਾ ਜਾਏਗਾ। ਦੂਜੇ ਪਾਸੇ ਗੁਜਰਾਤ ਦੇ ਸ਼ਹਿਰਾਂ ਦੇ ਵਿੱਚ ਜਿਹੜਾ ਰਾਤ ਦਾ ਕਰਫਿਊ ਲਾਇਆ ਗਿਆ, ਹਿਮਾਚਲ ਦੇ ਵਿੱਚ ਰਾਤ ਦਾ ਕਰਫਿਊ ਲਾਇਆ ਗਿਆ। ਹਿਮਾਚਲ ਦੇ ਜਿਹੜੇ ਸਕੂਲ ਨੇ ਉਹ ਦਸੰਬਰ 31 ਤੱਕ ਬੰਦ ਕਰ ਦਿੱਤੇ ਗਏ ਨੇ। ਇਸ ਤਰ੍ਹਾਂ ਦੇ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਉਹ ਇਸ ਕਰਕੇ ਕਿਉਂਕਿ ਮਾਮਲੇ ਜਿਹੜੇ ਉਹ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਨੇ। ਜੇ ਆਪਾਂ ਦੇਖੀਏ ਪੂਰੇ ਦੇਸ਼ ਦੇ ਵਿੱਚ ਜਿੱਥੇ ਕੱਲ੍ਹ 24 ਘੰਟਿਆਂ ਵਿੱਚ 500 ਤੋਂ ਵੱਧ ਮੌਤਾਂ ਹੋਈਆਂ ਨੇ, ਉਹਨਾਂ ਦੇ ਵਿੱਚੋਂ 121 ਇਕੱਲੀਆਂ ਦਿੱਲੀ ਵਿੱਚ ਹੋਈਆਂ ਨੇ। ਔਰ ਪੰਜਾਬ ਦੇ ਵਿੱਚ ਵੀ ਮੌਤਾਂ ਹੋਈਆਂ ਨੇ, ਮਹਾਰਾਸ਼ਟਰ ਦੇ ਵਿੱਚ ਵੀ 100 ਤੋਂ ਵੱਧ ਮੌਤਾਂ ਹੋਈਆਂ ਨੇ। ਸੋ ਇਸ ਕਰਕੇ ਇਹ ਅੰਕੜਾ ਕਿਉਂਕਿ ਪਹਿਲਾਂ ਇੱਕਦਮ ਘਟ ਗਿਆ ਸੀ, ਮੌਤਾਂ ਦੀ ਗਿਣਤੀ ਘਟ ਗਈ ਸੀ, ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਉਹ ਵੱਧ ਗਈ ਸੀ। ਔਰ ਹੁਣ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਆ ਉਹ ਮੁਕਾਬਲਤਨ ਉਹਦੇ ਜਿਹੜੇ ਅੰਕੜੇ ਉਹਨਾਂ ਦੇ ਮਰੀਜ਼ਾਂ ਦੇ ਆ ਰਹੇ ਉਹਦੇ ਮੁਕਾਬਲੇ ਉਹ ਘਟਦੀ ਲੱਗ ਰਹੀ ਹੈ। ਔਰ ਜਿਵੇਂ ਜਿਵੇਂ ਮਰੀਜ਼ ਜਿਹੜੇ ਉਹ ਵੱਧ ਰਹੇ ਆ ਉਹਦੇ ਨਾਲ ਮੌਤਾਂ ਦਾ ਗ੍ਰਾਫ ਜਿਹੜਾ ਉਹ ਵੀ ਉੱਪਰ ਜਾ ਰਿਹਾ। ਉਹਦੇ ਨਾਲ ਹੀ ਸਾਰੇ ਸੂਬਿਆਂ ਦੇ ਵਿੱਚ, ਰਾਜਾਂ ਵਿੱਚ, ਲੋਕਾਂ ਵਿੱਚ ਚਿੰਤਾ ਬਣ ਰਹੀ ਹੈ। ਗੱਲ ਇਹ ਹੀ ਕੀਤੀ ਜਾ ਰਹੀ ਹੈ ਕਿ ਆਖਰ ਇਹ ਇੱਕ ਵਾਰ ਜਿਹੜਾ ਸੀ ਕਰੋਨਾ, ਇਹਦੀ ਲਹਿਰ ਮੱਠੀ ਪੈ ਕੇ ਦੁਬਾਰਾ ਤੇਜ਼ ਕਿਵੇਂ ਹੋਈ। ਉਹਦੇ ਪਿੱਛੇ ਇਹੀ ਦਲੀਲ ਦਿੱਤੀ ਜਾਂਦੀ ਹੈ ਜਾਂ ਇਹੀ ਗੱਲ ਕੀਤੀ ਜਾਂਦੀ ਹੈ ਕਿ ਲੋਕਾਂ ਵੱਲੋਂ ਢਿੱਲ ਮੱਠ ਵਰਤੀ ਗਈ, ਜਿਹੜੇ ਸੁਰੱਖਿਆ ਨਿਯਮ ਸੀ ਉਹਨਾਂ ਦੀ ਪਾਲਣਾ ਨਹੀਂ ਕੀਤੀ ਗਈ। ਮੈਨ ਟੂ ਮੈਨ ਜਿਹੜੀ ਇੱਕ ਆਦਮੀ ਤੋਂ ਦੂਜੇ ਤੱਕ ਦੂਰੀ ਬਣਾ ਕੇ ਨਹੀਂ ਰੱਖੀ ਗਈ। ਭੀੜ ਭਾੜ ਵਾਲੀਆਂ ਥਾਵਾਂ 'ਤੇ ਲੋਕਾਂ ਨੇ ਆਉਣਾ ਜਾਣਾ ਸ਼ੁਰੂ ਰੱਖਿਆ ਔਰ ਉਹਨਾਂ ਨੇ ਮਾਸਕ ਪਹਿਨਣਾ ਜਿਹੜਾ ਸੀ ਉਹ ਕੋਈ ਜ਼ਰੂਰੀ ਸਮਝਦਾ ਹੀ ਨਹੀਂ। 70% ਲੋਕ ਜਿਹੜੇ ਦੇਸ਼ ਦੇ ਵਿੱਚ ਆਪਾਂ ਦੇਖੀਏ ਮੀਡੀਆ 'ਤੇ ਖਬਰਾਂ ਵੀ ਆਉਂਦੀਆਂ, ਵੱਖ-ਵੱਖ ਚੈਨਲਾਂ ਤੋਂ ਦਿਖਾਇਆ ਵੀ ਜਾਂਦਾ ਹੈ ਕਿ ਉਹਨਾਂ ਨੇ ਮਾਸਕ ਨਹੀਂ ਪਹਿਨੇ ਹੁੰਦੇ। 65-70% ਲੋਕ ਅਜਿਹੇ ਹੋਣਗੇ ਤੁਹਾਨੂੰ ਤੁਰਦੇ ਫਿਰਦੇ ਦਿਖਾਈ ਦੇਣਗੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਅਹਿਤਿਆਤ ਵਰਤਣਾ ਉਹਨਾਂ ਨੇ ਛੱਡ ਦਿੱਤਾ। ਜਦੋਂ ਅਪ੍ਰੈਲ ਮਈ ਦੇ ਵਿੱਚ ਦੇਸ਼ ਦੇ ਵਿੱਚ ਕਰੋਨਾ ਸ਼ੁਰੂ ਹੋਇਆ ਸੀ ਤਾਂ ਲੋਕ ਇੱਕਦਮ ਕਿਸੇ ਹੱਦ ਤੱਕ ਦਹਿਸ਼ਤ ਵਿੱਚ ਵੀ ਆ ਗਏ ਸੀ ਔਰ ਬੜੇ ਜ਼ਿਆਦਾ ਫਿਕਰਮੰਦ ਹੋ ਗਏ ਸੀ। ਇਹਨਾਂ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਫਿਰ ਸਥਿਤੀ ਉਸੇ ਤਰ੍ਹਾਂ ਦੀ ਕਿਉਂਕਿ ਬਣਦੀ ਨਜ਼ਰ ਆ ਰਹੀ ਹੈ। ਇਸ ਕਰਕੇ ਲੋਕਾਂ ਨੂੰ ਇਹਨਾਂ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਚਾਹੀਦਾ ਹੈ ਜੇ ਅਸੀਂ ਕਰੋਨਾ ਤੋਂ ਬਚਣਾ ਹੈ, ਕਿਉਂਕਿ ਕਰੋਨਾ ਦਾ ਟੀਕਾ ਜਿਹੜਾ ਉਹ ਅਜੇ ਥੋੜ੍ਹਾ ਜਿਹਾ ਸਾਡੇ ਤੋਂ ਦੂਰ ਹੈ। ਭਾਵੇਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਟੀਕਾ ਤਿਆਰ ਹੈ, ਉਹ 90% ਸਫਲ ਹੋ ਗਿਆ, ਕੋਈ ਕਹਿੰਦਾ ਸਾਡਾ 70%
1 ਸਫਲ ਹੋ ਗਿਆ, ਅਸੀਂ ਇੰਨੇ ਕਰੋੜ ਟੀਕੇ ਬਣਾ ਰਹੇ ਹਾਂ, ਇੰਨੇ ਕਰੋੜ ਬਣਾ ਰਹੇ ਹਾਂ। ਇਹ ਵੀ ਕਿਹਾ ਜਾ ਰਿਹਾ ਕਿ ਦਸੰਬਰ ਵਿੱਚ ਟੀਕਾ ਜਿਹੜਾ ਉਹ ਲੋਕਾਂ ਨੂੰ ਲਾਉਣ ਲਈ ਮਿਲ ਜਾਏਗਾ, ਕੋਈ ਕਹਿ ਰਿਹਾ ਜਨਵਰੀ 'ਚ ਮਿਲ ਜਾਏਗਾ। ਪਰ ਜਦੋਂ ਤੱਕ ਇਹ ਅਜਿਹਾ ਕੁਝ ਨਹੀਂ ਹੁੰਦਾ, ਟੀਕਾ ਨਹੀਂ ਮਿਲ ਜਾਂਦਾ, ਉਹ ਲੋਕਾਂ ਵਿੱਚ ਨਹੀਂ ਵੰਡਿਆ ਜਾਂਦਾ, ਨਹੀਂ ਲੱਗ ਜਾਂਦਾ, ਉਦੋਂ ਤੱਕ ਸਾਨੂੰ ਆਪਣੇ ਬਲਬੂਤੇ ਉੱਤੇ ਹੀ ਧਿਆਨ ਰੱਖਣਾ ਚਾਹੀਦਾ ਹੈ ਤੇ ਮਾਸਕ ਨੂੰ ਹੀ ਆਪਣਾ ਇੰਜੈਕਸ਼ਨ ਸਮਝ ਕੇ ਵਰਤਣਾ ਚਾਹੀਦਾ ਹੈ। ਸੁਰੱਖਿਆ ਨਿਯਮਾਂ ਦਾ ਪਾਲਣ ਸਖਤੀ ਨਾਲ ਕਰਨਾ ਚਾਹੀਦਾ ਜੀ। ਬਿਲਕੁਲ, ਪੰਜਾਬ ਦੇ ਵਿੱਚ ਫਾਰਮੇਸੀ ਕਾਲਜਾਂ ਵੱਲੋਂ ਸਮੂਹਿਕ ਨਕਲ ਕਰਵਾਉਣ ਦੇ ਦੋਸ਼ ਦੇ ਵਿੱਚ 7 ਫਾਰਮੇਸੀ ਕਾਲਜਾਂ ਦੀ ਕਹਿ ਰਹੇ ਨੇ ਕਿ ਮਾਨਤਾ ਰੱਦ ਹੋ ਸਕਦੀ ਹੈ, ਰੱਦ ਹੋ ਗਈ। ਕੀ ਮਾਮਲਾ ਪੂਰਾ ਹੈ? ਮਾਮਲਾ ਸਿਰਫ ਇੰਨਾ ਹੈ ਕਿ ਜਿਹੜੇ ਸਰਕਾਰੀ ਅਦਾਰੇ ਆ ਉਹਨਾਂ ਦੀ ਗੱਲ ਵੱਖਰੀ ਹੈ, ਜਿਹੜੇ ਪ੍ਰਾਈਵੇਟ ਅਦਾਰੇ ਆ ਉਹ ਇਸ ਢੰਗ ਦੇ ਨਾਲ ਕੰਮ ਕਰਦੇ ਆ ਕਿ ਸਾਡੀ ਜਿਹੜੀ ਮਸ਼ਹੂਰੀ ਆ ਵੱਧ ਤੋਂ ਵੱਧ ਹੋਵੇ। ਮਸ਼ਹੂਰੀ ਕਿਸ ਤਰ੍ਹਾਂ ਹੋਣੀ ਹੈ ਕਿ ਨਤੀਜਾ ਚੰਗਾ ਦਿਖਾਇਆ ਜਾਵੇ ਤਾਂ ਕਿ ਉਹਨਾਂ ਦੇ ਕੋਲ ਜ਼ਿਆਦਾ ਬੱਚੇ ਜਿਹੜੇ ਉਹ ਦਾਖਲਾ ਲੈਣ। ਹੁਣ ਇਸ ਦੌਰਾਨ ਇਹ ਸਥਿਤੀ ਬਣੀ, ਜਿਹੜੇ ਫਾਰਮੇਸੀ ਕਾਲਜ ਨੇ ਉਹਨਾਂ ਨੇ ਆਪਣਾ ਇੱਕ ਤਰ੍ਹਾਂ ਨਕਲ ਦੀ ਖੁੱਲ੍ਹ ਦੇ ਦਿੱਤੀ ਵਿਦਿਆਰਥੀਆਂ ਨੂੰ ਕਿ ਜਦੋਂ ਉਹ ਨਕਲ ਕਰਨਗੇ ਪਿੱਛੇ ਪੜ੍ਹਾਈ ਵੀ ਪ੍ਰਭਾਵਿਤ ਰਹੀ ਹੈ ਔਰ ਹੋ ਸਕਦਾ ਉਹਨਾਂ ਦੇ ਨਤੀਜੇ ਚੰਗੇ ਨਾ ਆਉਣ ਤੇ ਅੱਗੋਂ ਉਹਦੇ ਭਵਿੱਖ ਦੇ ਉੱਤੇ, ਫਾਰਮੇਸੀ ਕਾਲਜਾਂ ਦੇ ਭਵਿੱਖ ਦੇ ਉੱਤੇ ਜਿਹੜਾ ਉਹ ਅਸਰ ਪਵੇ। ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਕੁਝ ਪੈਸਿਆਂ ਦਾ ਮਾਮਲਾ, ਲੈਣ ਦੇਣ ਦਾ ਮਾਮਲਾ ਵੀ ਹੋਇਆ ਕਿ ਵਿਦਿਆਰਥੀਆਂ ਕੋਲੋਂ ਪੈਸੇ ਲੈ ਕੇ ਉਹਨਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਕਿ ਤੁਸੀਂ ਭਾਈ ਬਹਿ ਕੇ ਜਿਵੇਂ ਮਰਜ਼ੀ ਨਕਲ ਕਰੋ, ਜਿਸ ਤਰ੍ਹਾਂ ਮਰਜ਼ੀ ਆਪਣੇ ਪੇਪਰ ਦਿਓ, ਕਰੋ, ਕੋਈ ਸਮੱਸਿਆ ਨਹੀਂ। ਔਰ ਇਹ ਕਿਉਂਕਿ ਇਸ ਮਾਮਲੇ ਦੀ ਪੜਤਾਲ ਹੋ ਗਈ, ਜਾਂਚ ਹੋ ਗਈ, ਇਹ ਖਬਰਾਂ ਲੀਕ ਹੋ ਗਈਆਂ, ਜਾਂਚ ਦੇ ਵਿੱਚ ਇਹ ਗੱਲ ਸਪਸ਼ਟ ਹੋ ਗਈ ਕਿ 7 ਫਾਰਮੇਸੀ ਕਾਲਜ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਸ਼ਾਮਲ ਪਾਏ ਗਏ ਔਰ ਉਹਨਾਂ ਦੀ ਜਿਹੜੀ ਮਾਨਤਾ ਉਹਦੇ ਉੱਤੇ ਤਲਵਾਰ ਲਟਕ ਗਈ ਹੈ। ਇਸ ਤਰ੍ਹਾਂ ਦੇ ਹੱਥਕੰਡੇ ਜਾਂ ਇਸ ਤਰ੍ਹਾਂ ਦੇ ਤਰੀਕੇ ਜਿਹੜੇ ਉਹ ਨਹੀਂ ਅਪਣਾਉਣੇ ਚਾਹੀਦੇ। ਇਹਦੇ ਨਾਲ ਜੇ ਹੁਣ ਬੱਚੇ ਨਕਲ ਮਾਰ ਕੇ ਜਾਂ ਗਲਤ ਢੰਗ ਦੇ ਨਾਲ ਪਾਸ ਹੋ ਜਾਣਗੇ ਔਰ ਉਹ ਵੀ ਜਿਹੜੇ ਮੈਡੀਕਲ ਲਾਈਨ ਦੇ ਬੱਚੇ ਆ, ਫਾਰਮੇਸੀ ਲਾਈਨ ਦੇ ਬੱਚੇ ਜਿਹੜੇ ਆ, ਉਹ ਕੱਲ੍ਹ ਨੂੰ ਕਿਸ ਤਰ੍ਹਾਂ ਜਿਹੜਾ ਉਹ ਲੋਕਾਂ ਦੇ ਵਿੱਚ ਆਪਣਾ ਵਿਹਾਰ ਕਰਨਗੇ ਜਾਂ ਕਿਸ ਤਰ੍ਹਾਂ ਲੋਕਾਂ ਦੇ ਕੰਮ ਆਉਣਗੇ, ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ। ਸੰਸਥਾਵਾਂ ਵਾਸਤੇ ਇਹ ਗੱਲ ਠੀਕ ਨਹੀਂ, ਇਸ ਤੋਂ ਬਚਾਅ ਕਰਨਾ ਚਾਹੀਦਾ। ਬਿਲਕੁਲ, ਇਸ ਦੇ ਨਾਲ ਹੀ ਅਗਲੀ ਖਬਰ ਵੱਲ ਚੱਲਦੇ ਹਾਂ। ਜੰਮੂ ਕਸ਼ਮੀਰ 'ਚ 25,000 ਕਰੋੜ ਰੁਪਏ ਦਾ ਘੁਟਾਲਾ ਜਿਹੜਾ ਉਹ ਸਾਹਮਣੇ ਆਇਆ, ਜ਼ਮੀਨ ਦਾ ਘੁਟਾਲਾ, ਔਰ ਬਹੁਤ ਵੱਡੇ ਲੀਡਰਾਂ ਦੇ ਨਾਂ ਜਿਹੜੇ ਨੇ ਇਸ ਘੁਟਾਲੇ ਦੇ ਵਿੱਚ ਆ ਰਹੇ ਨੇ। ਸੰਧੂ ਸਾਹਿਬ, ਕੀ ਕਹਿਣਾ ਤੁਹਾਡਾ ਇਸ ਬਾਰੇ 'ਚ? ਇਹ ਜ਼ਮੀਨ ਘੁਟਾਲਾ ਜਿਹੜਾ ਇਹ 1999 ਦੇ ਵਿੱਚ ਇੱਕ ਸਕੀਮ ਬਣਾਈ ਸੀ ਉੱਥੇ ਦੀ ਸਰਕਾਰ ਨੇ, ਜਿਹਨੂੰ ਰੋਸ਼ਨੀ ਸਕੀਮ ਕਿਹਾ ਗਿਆ ਸੀ ਜੀ। ਰੋਸ਼ਨੀ ਇਹ ਸੀ ਕਿ ਜਿਹੜੇ ਲੋਕ ਉੱਥੇ ਹਨੇਰੇ 'ਚ ਬੈਠੇ ਆ, ਹਨੇਰੇ 'ਚ ਬੈਠੇ ਤੋਂ ਭਾਵ ਹੈ ਜਿਨ੍ਹਾਂ ਦੇ ਕੋਲ ਮਕਾਨ ਨਹੀਂ ਹੈ, ਜਿਨ੍ਹਾਂ ਕੋਲ ਰਿਹਾਇਸ਼ ਵਾਸਤੇ ਘਰ ਨਹੀਂ ਹੈ, ਕੋਈ ਜਗ੍ਹਾ ਨਹੀਂ ਹੈ, ਉਹਨਾਂ ਨੂੰ ਜਿਹੜੀ ਸਰਕਾਰੀ ਜ਼ਮੀਨ ਪਈ ਹੈ ਜਾਂ ਜਿਹੜੀ ਸ਼ਾਮਲਾਟ ਜ਼ਮੀਨ ਪਈ ਹੈ, ਸਾਂਝੀ ਜ਼ਮੀਨ ਪਈ ਹੈ, ਜਿਹੜੀ ਮੁਸ਼ਤਰਕਾ ਖਾਤੇ ਵਿੱਚ ਜਿਹੜੀ ਜ਼ਮੀਨ ਪਈ ਹੈ, ਉਸ ਜ਼ਮੀਨ ਦੇ ਵਿੱਚੋਂ ਉਹਨਾਂ ਨੂੰ ਪਲਾਟ ਅਲਾਟ ਕੀਤੇ ਜਾਣ ਤਾਂ ਕਿ ਉਹ ਆਪਦੇ ਘਰ ਬਣਾ ਸਕਣ। ਜਿਹੜਾ ਥੋੜ੍ਹਾ ਬਹੁਤਾ ਉਹਦੇ ਤੋਂ ਪੈਸਾ ਆਉਣਾ ਸੀ ਉਹ ਕਿਹਾ ਗਿਆ ਕਿ ਇਹ ਸੂਬੇ ਦੇ ਵਿਕਾਸ ਕਾਰਜਾਂ ਦੇ ਵਿੱਚ ਲਾਇਆ ਜਾਵੇਗਾ। ਉਹਦੇ ਤੋਂ ਬਾਅਦ ਜਿਵੇਂ ਜਿਵੇਂ ਸਰਕਾਰਾਂ ਬਦਲਦੀਆਂ ਗਈਆਂ, ਉਹ ਜਿਹੜੀ ਸਕੀਮ ਬਣਾਈ ਸੀ, ਯੋਜਨਾ ਬਣਾਈ ਸੀ, ਉਹਦੇ ਕਾਨੂੰਨਾਂ ਦੇ ਵਿੱਚ ਤਬਦੀਲੀ ਹੁੰਦੀ ਗਈ ਔਰ ਜਿਵੇਂ ਜਿਵੇਂ ਤਬਦੀਲੀ ਹੁੰਦੀ ਗਈ ਉਹਦੇ ਵਿੱਚ ਜਿਹੜੇ ਸਿਆਸੀ ਲੋਕ ਸੱਤਾ ਵਿੱਚ ਆਉਂਦੇ ਗਏ ਜਾਂ ਜਿਨ੍ਹਾਂ ਦਾ ਉਹਦੇ ਵਿੱਚ ਹੱਥ ਸੀ, ਜਿਹੜੇ ਸਕੀਮ ਦੇ ਵਿੱਚ ਜਿਨ੍ਹਾਂ ਦਾ ਕੁਝ ਯੋਗਦਾਨ ਸੀ, ਉਹ ਆਪਣੇ ਆਪਣੇ ਹੱਥ ਰੰਗਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਔਰ ਮਾਮਲਾ ਜਿਹੜਾ ਸੀ ਉਹ ਵੱਧਦਾ ਇੱਥੋਂ ਤੱਕ ਪਹੁੰਚ ਗਿਆ ਕਿ ਅੱਜ ਨੈਸ਼ਨਲ ਕਾਂਗਰਸ ਪਾਰਟੀ ਜਿਹੜੀ ਅਬਦੁੱਲਾ ਦੀ ਪਾਰਟੀ ਹੈ, ਫਰੂਕ ਅਬਦੁੱਲਾ ਦੀ ਪਾਰਟੀ ਹੈ, ਦੂਜੇ ਪਾਸੇ PDP ਜਿਹੜੀ ਮੁਫਤੀ ਦੀ ਪਾਰਟੀ ਹੈ, ਮੈਡਮ ਮੁਫਤੀ ਦੀ ਪਾਰਟੀ ਮਹਿਬੂਬਾ ਦੀ, ਔਰ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨਾਲ ਹੀ ਉਹਦੇ ਕਾਂਗਰਸ ਪਾਰਟੀ ਹੈ ਜਿਹੜੀ, ਉਹਨਾਂ ਦੇ ਕੁਝ ਲੋਕ ਵੀ ਸ਼ਾਮਲ ਹੈ, ਸਾਰੇ ਦੇ ਸਾਰੇ ਇਸ ਮਾਮਲੇ ਦੇ ਵਿੱਚ ਸ਼ਾਮਲ ਹੈ ਔਰ 25,000 ਕਰੋੜ ਰੁਪਏ ਦੀ ਜ਼ਮੀਨ ਜਿਹੜੀ ਉਹ ਹੜੱਪ ਗਏ ਔਰ ਲੋਕਾਂ ਤੱਕ ਜਿਹੜੀ ਉਹ ਪਹੁੰਚੀ ਨਹੀਂ। ਲੋਕ ਫੇਰ ਹਨੇਰੇ 'ਚ ਬੈਠੇ ਹੈ ਤੇ ਉਹ ਸਾਰੀ ਰੌਸ਼ਨੀ ਜਿਹੜੀ ਸੀ ਸਿਆਸੀ ਲੋਕ ਆਪਦੇ ਘਰ ਨੂੰ ਲੈ ਗਏ। ਬਿਲਕੁਲ, ਇਸ ਦੇ ਨਾਲ ਹੀ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਦਾ ਸਮਾਂ ਇੱਥੇ ਸਮਾਪਤ ਹੋ ਰਿਹਾ। ਸੰਧੂ ਸਾਹਿਬ, ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇਸ ਦੇ ਨਾਲ ਹੀ ਮੈਨੂੰ ਵੰਦਨਾ ਖੰਨਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਜੋਗਿੰਦਰ ਸੰਧੂ ਨੂੰ ਦਿਓ ਇਜਾਜ਼ਤ। ਧੰਨਵਾਦ। ਧੰਨਵਾਦ ਜੀ, ਧੰਨਵਾਦ।